Good morning, students. Class 6. Welcome to your computer class. Today's our topic is high level languages. ਜਿਵੇਂ ਕਿ ਅਸੀਂ ਲਾਸਟ ਲੈਕਚਰ ਡਿਸਕਸ ਕੀਤਾ ਸੀ ਕੰਪਿਊਟਰ ਲੈਂਗੁਏजेस ਕੀ ਹੁੰਦੀਆਂ ਨੇ ਦੈਨ ਫਰਦਰ ਜਿਹੜੀਆਂ ਕੰਪਿਊਟਰ ਲੈਂਗੁਏजेस ਨੂੰ ਟੂ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਗਿਆ ਆ ਫਰਸਟ ਵਨ ਇਜ਼ ਲੋ ਲੈਵਲ ਲੈਂਗੁਏਜ ਐਂਡ ਸੈਕਿੰਡ ਹਾਈ ਲੈਵਲ ਲੈਂਗੁਏਜ ਲਾਸਟ ਲੈਕਚਰ ਵਿੱਚ ਅਸੀਂ ਲੋ ਲੈਵਲ ਲੈਂਗੁਏਜ ਨੂੰ ਡਿਸਕਸ ਕੀਤਾ ਸੀਗਾ ਦੈਨ ਉਹਦੀਆਂ ਟਾਈਪਸ ਨੂੰ ਡਿਸਕਸ ਕੀਤਾ ਸੀ ਅੱਜ ਅਸੀਂ ਸੈਕਿੰਡ ਟਾਈਪ ਹਾਈ ਲੈਵਲ ਲੈਂਗੁਏਜ ਨੂੰ ਡਿਸਕਸ ਕਰਾਂਗੇ ਬਰੀਫਲੀ ਫਸਟ ਆਫ ਆਲ ਜਿਹੜੀ ਹਾਈ ਲੈਵਲ ਲੈਂਗੁਏजेस ਡਿਜ਼ਾਈਨ ਕੀਤੀਆਂ ਗਈਆਂ ਸੀਗੀਆਂ ਇਹ ਲੋ ਲੈਵਲ ਲੈਂਗੁਏजेस ਦੀਆਂ ਕੁਝ ਪ੍ਰੋਬਲਮ ਸੀਗੀਆਂ ਉਹਨਾਂ ਨੂੰ ਓਵਰਕਮ ਕਰਨ ਦੇ ਲਈ ਜਿਹੜਾ ਕੀ ਆ ਹਾਈ ਲੈਵਲ ਲੈਂਗੁਏਜ ਨੂੰ ਡਿਵੈਲਪ ਕੀਤਾ ਗਿਆ ਸੀ ਹਾਈ ਲੈਵਲ ਲੈਂਗੁਏਜ ਨੂੰ ਕੀ ਕਿਹਾ ਜਾਂਦਾ ਆ ਥਰਡ ਜਨਰੇਸ਼ਨ ਲੈਂਗੁਏਜ ਵੀ ਕਹਿ ਦਿੰਦੇ ਆ ਅਸੀਂ ਇਹ ਲੈਂਗੁਏਜ ਜਿਹੜੀਆਂ ਹੁੰਦੀਆਂ ਆ ਇਹ ਬਹੁਤ ਸਿੰਪਲ ਹੁੰਦੀਆਂ ਨੇ ਲਰਨ ਕਰਨ ਦੇ ਲਈ ਐਂਡ ਯੂਜ਼ਰ ਫਰੈਂਡਲੀ ਹੁੰਦੀਆਂ ਨੇ ਸਿੰਪਲ ਇਸ ਕਰਕੇ ਹੁੰਦੀਆਂ ਨੇ ਲਰਨ ਕਰਨ ਦੇ ਲਈ ਕਿ ਇਹਦੇ ਵਿੱਚ ਇੰਗਲਿਸ਼ ਦੇ ਫਰੇਜ਼ਸ ਯੂਜ਼ ਕੀਤੇ ਜਾਂਦੇ ਨੇ ਕਮਾਂਡਸ ਔਰ ਇਨਸਟਰਕਸ਼ਨਸ ਦੇਣ ਲਈ ਜਿਹੜੇ ਕਿ ਕੰਪਿਊਟਰ ਯੂਜ਼ਰ ਦੇ ਲਈ ਜਿਹੜੇ ਆ ਅੰਡਰਸਟੈਂਡ ਕਰਨੇ ਬਹੁਤ ਈਜ਼ੀ ਹੁੰਦੇ ਨੇ ਜੇ ਐਂਡ ਇਸ ਤਰ੍ਹਾਂ ਇਹ ਸਾਨੂੰ ਜਿਹੜਾ ਕਿ ਰੀਡ ਕਰਨਾ ਐਂਡ ਰਾਈਟ ਕਰਨਾ ਵੀ ਈਜ਼ੀ ਹੋ ਜਾਂਦਾ ਆ ਦੈਨ ਇਹਦੇ ਵਿੱਚ ਕੀ ਹੁੰਦਾ ਹੈ ਕਿ ਐਰਰਸ ਨੂੰ ਫਾਈਂਡ ਕਰਨਾ ਬਹੁਤ ਈਜ਼ੀ ਹੁੰਦਾ ਆ ਕਿਉਂਕਿ ਇੰਗਲਿਸ਼ ਦੇ ਫਰੇਜ਼ਸ ਵਗੈਰਾ ਅਸੀਂ ਯੂਜ਼ ਕਰਦੇ ਆ ਇਹਦੇ ਵਿੱਚ ਤੇ ਜਿਹੜਾ ਪ੍ਰੋਗਰਾਮਰ ਹੁੰਦਾ ਆ ਉਹ ਈਜ਼ੀਲੀ ਜਿਹੜੇ ਆ ਐਰਰਸ ਉਹਨਾਂ ਨੂੰ ਫਾਈਂਡ ਕਰ ਸਕਦਾ ਆ ਇਹਦੇ ਵਿੱਚ ਜਿਹੜੇ ਹਾਈ ਲੈਵਲ ਪ੍ਰੋਗਰਾਮਸ ਹੁੰਦੇ ਆ ਉਹ ਮਸ਼ੀਨ ਇੰਡੀਪੈਂਡੈਂਟ ਹੁੰਦੇ ਆ ਇਟ ਮੀਨਸ ਕਿ ਇਹਨਾਂ ਨੂੰ ਇੱਕ ਲਾਈਕ ਅਸੀਂ ਇੱਕ ਪ੍ਰੋਗਰਾਮ ਇੱਕ ਮਸ਼ੀਨ ਦੇ ਉੱਪਰ ਰਨ ਕਰਦੇ ਪਏ ਅਸੀਂ ਉਸੇ ਪ੍ਰੋਗਰਾਮ ਦੇ ਕੋਡ ਨੂੰ ਕਿਸੇ ਹੋਰ ਮਸ਼ੀਨ ਦੇ ਉੱਪਰ ਵੀ ਰਨ ਕਰ ਸਕਦੇ ਆ ਇਟ ਮੀਨਸ ਕਿ ਇਹ ਇੱਕ ਮਸ਼ੀਨ ਦੇ ਉੱਪਰ ਡਿਪੈਂਡੈਂਟ ਨਹੀਂ ਹੁੰਦੇ ਇੰਡੀਪੈਂਡੈਂਟ ਹੁੰਦੇ ਨੇ ਕਿਸੇ ਵੀ ਮਸ਼ੀਨ ਦੇ ਉੱਪਰ ਅਸੀਂ ਇਹਨਾਂ ਨੂੰ ਰਨ ਕਰ ਸਕਦੇ ਹਾਂ ਸਾਡੇ ਕੋਲ ਡਿਫਰੈਂਟ ਹਾਈ ਲੈਵਲ ਲੈਂਗੁਏजेस ਹੈਗੀਆਂ ਨੇ ਲਾਈਕ ਫੋਰਟਰਾਨ ਸਟੈਂਡਸ ਫॉर ਫਾਰਮੂਲਾ ਟ੍ਰਾਂਸਲੇਸ਼ਨ COBOL stands for Common Business Oriented Language C++ Java ਇਹ ਸਾਰੀਆਂ ਨੇ ਕਿ ਪ੍ਰੋਗਰਾਮਿੰਗ ਲੈਂਗੁਏजेस ਨੇ ਜਿਹੜੀਆਂ ਕਿ ਅਸੀਂ ਹਾਈ ਲੈਵਲ ਲੈਂਗੁਏਜ ਵੀ ਬੋਲ ਦਿੰਦੇ ਹਾਂ ਦੈਨ ਜਿਹੜੀ ਹਾਈ ਲੈਵਲ ਲੈਂਗੁਏਜ ਹੁੰਦੀ ਆ ਇਹਦੇ ਵਿੱਚ ਸਾਨੂੰ ਟ੍ਰਾਂਸਲੇਸ਼ਨ ਦੀ ਲੋੜ ਹੁੰਦੀ ਆ ਕਿਉਂਕਿ ਜਿਹੜਾ ਪ੍ਰੋਗਰਾਮ ਅਸੀਂ ਹਾਈ ਲੈਵਲ ਲੈਂਗੁਏਜ ਵਿੱਚ ਰਾਈਟ ਕਰਦੇ ਹਾਂ ਉਹ ਕੰਪਿਊਟਰ ਦੁਆਰਾ ਅੰਡਰਸਟੈਂਡੇਬਲ ਨਹੀਂ ਹੁੰਦਾ ਇਸ ਕਰਕੇ ਉਹਨੂੰ ਟ੍ਰਾਂਸਲੇਟ ਕਰਨ ਦੀ ਰਿਕੁਆਇਰਮੈਂਟ ਹੁੰਦੀ ਆ ਉਸ ਟਾਈਮ 'ਤੇ ਹਾਈ ਲੈਵਲ ਲੈਂਗੁਏਜ ਨੂੰ ਟ੍ਰਾਂਸਲੇਟ ਕਰਨ ਦੇ ਲਈ ਮਸ਼ੀਨ ਲੈਵਲ ਲੈਂਗੁਏਜ ਦੇ ਵਿੱਚ ਟ੍ਰਾਂਸਲੇਟਰ ਦੀ ਰਿਕੁਆਇਰਮੈਂਟ ਹੁੰਦੀ ਆ ਇਹਦੇ ਵਿੱਚ ਦੋ ਟ੍ਰਾਂਸਲੇਟਰਸ ਯੂਜ਼ ਕੀਤੇ ਜਾਂਦੇ ਨੇ ਇੱਕ ਲੈਂਗੁਏਜ ਨੂੰ ਦੂਸਰੀ ਲੈਂਗੁਏਜ ਦੇ ਵਿੱਚ ਕਨਵਰਟ ਕਰਨ ਦੇ ਲਈ ਇੰਟਰਪ੍ਰੇਟਰ ਐਂਡ ਕੰਪਾਈਲਰ ਇਹ ਦੋ ਟ੍ਰਾਂਸਲੇਟਰ ਨੇ ਜਿਹੜੇ ਹਾਈ ਲੈਵਲ ਲੈਂਗੁਏਜ ਦੇ ਵਿੱਚ ਯੂਜ਼ ਕੀਤੇ ਜਾਂਦੇ ਨੇ ਹਾਈ ਲੈਵਲ ਪ੍ਰੋਗਰਾਮ ਨੂੰ ਮਸ਼ੀਨ ਲੈਵਲ ਲੈਂਗੁਏਜ ਦੇ ਵਿੱਚ ਕਨਵਰਟ ਕਰਨ ਦੇ ਲਈ ਦੈਨ ਹੁਣ ਅਸੀਂ ਜਿਹੜੇ ਕੀ ਆ ਇੰਟਰਪ੍ਰੇਟਰ ਐਂਡ ਕੰਪਾਈਲਰ ਦੇ ਬਾਰੇ ਵਿੱਚ ਬਰੀਫਲੀ ਡਿਸਕਸ ਕਰਾਂਗੇ ਕਿ ਕੀ ਕਰਦੇ ਨੇ ਫਸਟ ਆਫ ਆਲ ਇੰਟਰਪ੍ਰੇਟਰ ਦੀ ਗੱਲ ਕੀਤੀ ਜਾਵੇ ਤੇ ਇਹ ਹਾਈ ਲੈਵਲ ਪ੍ਰੋਗਰਾਮ ਨੂੰ ਜਿਹੜਾ ਮਸ਼ੀਨ ਲੈਂਗੁਏਜ ਦੇ ਵਿੱਚ ਕਨਵਰਟ ਕਰਦਾ ਆ ਲਾਈਨ ਬਾਈ ਲਾਈਨ ਇਟ ਮੀਨਸ ਕਿ ਇਹਦੇ ਵਿੱਚ ਪ੍ਰੋਗਰਾਮ ਜਿਹੜਾ ਰਾਈਟ ਕਰਦੇ ਆ ਉਹਨੂੰ ਪਹਿਲਾਂ ਫਸਟ ਆਫ ਆਲ ਫਸਟ ਲਾਈਨ ਚੈੱਕ ਕੀਤੀ ਜਾਂਦੀ ਆ ਅਗਰ ਫਸਟ ਲਾਈਨ ਦੇ ਵਿੱਚ ਕੋਈ ਐਰਰ ਫਾਈਂਡ ਨਹੀਂ ਹੁੰਦਾ ਦੈਨ ਉਹ ਸੈਕਿੰਡ ਲਾਈਨ ਨੂੰ ਜਿਹੜਾ ਵਾ ਉਹਨੂੰ ਕਨਵਰਟ ਕਰਦਾ ਆ ਅਗਰ ਤੇ ਐਰਰ ਆ ਜਾਂਦਾ ਹੈ ਕਿਸੇ ਲਾਈਨ ਦੇ ਵਿੱਚ ਦੈਨ ਫਸਟ ਆਫ ਆਲ ਕਿ ਉਹ ਐਰਰ ਨੂੰ ਕਰੈਕਟ ਕੀਤਾ ਜਾਏਗਾ ਰਿਮੂਵ ਕੀਤਾ ਜਾਏਗਾ ਅਦਰਵਾਈਜ਼ ਜਿਹੜਾ ਕਿ ਪ੍ਰੋਗਰਾਮ ਐਗਜ਼ੀਕਿਊਟ ਹੋ ਜਾਏਗਾ ਅਗਰ ਉਹ ਜਿਹੜਾ ਸਟੇਟਮੈਂਟ ਜਿਹੜੀ ਆ ਐਰਰ ਫ੍ਰੀ ਆ ਦੈਨ ਇਹਦੇ ਵਿੱਚ ਕੀ ਹੁੰਦਾ ਹੈ ਕਿ ਅਗਰ ਸਾਡੇ ਕੋਲ ਕੋਈ ਐਰਰ ਪੁਆਇੰਟ ਨਹੀਂ ਹੁੰਦਾ ਤੇ ਅਸੀਂ ਜਿਹੜਾ ਪ੍ਰੋਗਰਾਮ ਆ ਉਹ ਲਾਈਨ ਆਫ ਕੋਡ ਜਿਹੜਾ ਆ ਉਹਨੂੰ ਐਗਜ਼ੀਕਿਊਟ ਕਰਦੇ ਆ ਐਗਜ਼ੀਕਿਊਸ਼ਨ ਜਿਹੜੀ ਕੰਟੀਨਿਊ ਰਹਿੰਦੀ ਆ ਇਹ ਜਿਹੜਾ ਪ੍ਰੋਸੈਸ ਹੈ ਹਰ ਸਟੇਟਮੈਂਟ ਦੇ ਲਈ ਜਿਹੜਾ ਕੰਟੀਨਿਊਸਲੀ ਪਰਫਾਰਮ ਕੀਤਾ ਜਾਂਦਾ ਹੈ ਇਹਦੇ ਵਿੱਚ ਇੱਕ ਚੀਜ਼ ਹੁੰਦੀ ਹੈ ਕਿ ਇੰਟਰਪ੍ਰੇਟਰ ਦੇ ਵਿੱਚ ਜਿਹੜਾ ਪ੍ਰੋਗਰਾਮ ਅਸੀਂ ਟ੍ਰਾਂਸਲੇਟ ਕੀਤਾ ਹੁੰਦਾ ਆ ਉਹਨੂੰ ਮੈਮਰੀ ਦੇ ਵਿੱਚ ਜਿਹੜਾ ਸਟੋਰ ਨਹੀਂ ਕੀਤਾ ਜਾਂਦਾ ਇਸ ਕਰਕੇ ਇਹ ਪ੍ਰੋਸੈਸ ਹਰ ਟਾਈਮ ਰਿਪੀਟ ਹੁੰਦਾ ਹੈ ਜਦੋਂ ਅਸੀਂ ਆਪਣੇ ਪ੍ਰੋਗਰਾਮ ਨੂੰ ਰਨ ਕਰਦੇ ਹਾਂ ਕਿਉਂਕਿ ਇਹਦੇ ਵਿੱਚ ਸਾਡਾ ਪ੍ਰੋਗਰਾਮ ਜਿਹੜਾ ਮੈਮਰੀ ਦੇ ਵਿੱਚ ਸੇਵ ਨਹੀਂ ਹੁੰਦਾ ਇਹਦਾ ਰਿਜ਼ਲਟ ਇਹ ਨਿਕਲਦਾ ਆ ਕਿ ਇਹਦੇ ਵਿੱਚ ਮੈਮਰੀ ਜਿਹੜੀ ਆ ਉਹ ਘੱਟ ਯੂਜ਼ ਕੀਤੀ ਜਾਂਦੀ ਆ ਬਿਕੋਜ਼ ਕਿ ਅਸੀਂ ਆਪਣਾ ਜਿਹੜਾ ਪ੍ਰੋਗਰਾਮ ਆ ਟ੍ਰਾਂਸਲੇਟਡ ਪ੍ਰੋਗਰਾਮ ਆ ਉਹਨੂੰ ਮੈਮਰੀ ਦੇ ਵਿੱਚ ਸੇਵ ਨਹੀਂ ਕਰਦੇ ਪਏ ਲਾਈਕ ਸਾਡੇ ਕੋਲ ਇੱਕ ਲੈਂਗੁਏਜ ਆ ਬੇਸਿਕ ਸਟੈਂਡਸ ਫॉर ਬਿਗਨਰਸ ਆਲ ਪਰਪਸ ਸਟੈਂਡਰਡ ਇੰਸਟਰਕਸ਼ਨ ਕੋਡ ਇਹ ਲੈਂਗੁਏਜ ਜਿਹੜੀ ਆ ਇਹ ਇੰਟਰਪ੍ਰੇਟਰ ਨੂੰ ਯੂਜ਼ ਕਰਦੀ ਆ ਪ੍ਰੋਗਰਾਮ ਨੂੰ ਟ੍ਰਾਂਸਲੇਟ ਕਰਨ ਦੇ ਲਈ ਇਹ ਅਸੀਂ ਗੱਲ ਕੀਤੀ ਇੰਟਰਪ੍ਰੇਟਰ ਦੀ ਦੈਨ ਸੈਕਿੰਡ ਸਾਡਾ ਟ੍ਰਾਂਸਲੇਟਰ ਹੈ ਕੰਪਾਈਲਰ ਹੁਣ ਅਸੀਂ ਡਿਸਕਸ ਕਰਦੇ ਹਾਂ ਕੰਪਾਈਲਰ
ਕੰਪਾਈਲਰ ਕੀ ਹੁੰਦਾ ਆ ਹਾਈ ਲੈਵਲ ਪ੍ਰੋਗਰਾਮ ਨੂੰ ਮਸ਼ੀਨ ਲੈਵਲ ਲੈਂਗੁਏਜ ਦੇ ਵਿੱਚ ਕਨਵਰਟ ਕਰਦਾ ਹੈ। ਇਹਦਾ ਵੀ ਸੇਮ ਹੀ ਕੰਮ ਹੁੰਦਾ ਹੈ ਕਿ ਇੰਟਰਪ੍ਰੇਟਰ ਦੀ ਤਰ੍ਹਾਂ ਇਹਨੇ ਵੀ ਹਾਈ ਲੈਵਲ ਲੈਂਗੁਏਜ ਪ੍ਰੋਗਰਾਮ ਨੂੰ ਮਸ਼ੀਨ ਲੈਂਗੁਏਜ ਦੇ ਵਿੱਚ ਕਨਵਰਟ ਕਰਨਾ ਹੁੰਦਾ ਹੈ। ਬਟ ਇਹਦਾ ਵਿੱਚ ਇੱਕ ਡਿਫਰੈਂਸ ਇਹ ਹੈ ਕਿ ਇੰਟਰਪ੍ਰੇਟਰ ਦੇ ਵਿੱਚ ਅਸੀਂ ਲਾਈਨ ਬਾਈ ਲਾਈਨ ਜਿਹੜੇ ਆ ਕੋਡ ਨੂੰ ਕਨਵਰਟ ਕਰਦੇ ਹਾਂ, ਬਟ ਇਹਦੇ ਵਿੱਚ ਕੀ ਹੁੰਦਾ ਹੈ ਕਿ ਸਾਰੇ ਦੇ ਸਾਰੇ ਪ੍ਰੋਗਰਾਮ ਨੂੰ ਇੱਕੋ ਗੋ ਦੇ ਵਿੱਚ ਹੀ ਅਸੀਂ ਜਿਹੜਾ ਆਪਣੇ ਮਸ਼ੀਨ ਲੈਂਗੁਏਜ ਦੇ ਵਿੱਚ ਕਨਵਰਟ ਕਰ ਲੈਂਦੇ ਹਾਂ। ਐਂਡ ਇਹਦੇ ਵਿੱਚ ਜਿਹੜਾ ਮਸ਼ੀਨ ਕੋਡ ਹੁੰਦਾ ਆ ਉਹਨੂੰ ਵੀ ਸੇਵ ਕਰ ਲਿਆ ਜਾਂਦਾ ਆ, ਜਿਵੇਂ ਕਿ ਇੰਟਰਪ੍ਰੇਟਰ ਦੇ ਵਿੱਚ ਅਸੀਂ ਮਸ਼ੀਨ ਕੋਡ ਨੂੰ ਸੇਵ ਨਹੀਂ ਕਰਦੇ, ਇਸ ਕਰਕੇ ਉਹਦੇ ਵਿੱਚ ਲੈਸ ਮੈਮਰੀ ਯੂਜ਼ ਹੁੰਦੀ ਆ, ਬਟ ਕੰਪਾਈਲਰ ਦੇ ਵਿੱਚ ਮਸ਼ੀਨ ਕੋਡ ਨੂੰ ਸੇਵ ਕਰ ਲਿਆ ਜਾਂਦਾ ਆ। ਦੈਨ ਅਗਰ ਤਾਂ ਸਾਡਾ ਜਦੋਂ ਅਸੀਂ ਟਰਾਂਸਲੇਸ਼ਨ ਕਰਦੇ ਪਏ ਹਾਂ ਸਾਡੇ ਪ੍ਰੋਗਰਾਮ ਦੇ ਵਿੱਚ ਕੋਈ ਐਰਰ ਆਉਂਦੀ ਆ, ਐਰਰ ਫਾਈਂਡ ਹੋ ਜਾਂਦੀ ਹੈ, ਦੈਨ ਕੰਪਾਈਲਰ ਕੀ ਕਰਦਾ ਆ ਫਸਟ ਆਫ ਆਲ ਸਾਰੇ ਪ੍ਰੋਗਰਾਮ ਨੂੰ ਕੀ ਕਰੇਗਾ ਟਰਾਂਸਲੇਟ ਕਰੇਗਾ। ਦੈਨ ਅਗਰ ਤੇ ਪ੍ਰੋਗਰਾਮ ਦੇ ਵਿੱਚ ਕੋਈ ਐਰਰ ਆ ਦੈਨ ਉਹ ਲਾਸਟ ਦੇ ਉੱਪਰ ਜਿਹੜੀ ਐਰਰ ਆ ਡਿਸਪਲੇ ਕਰਵਾਈ ਜਾਏਗੀ ਅਤੇ ਪ੍ਰੋਗਰਾਮ ਜਿਹੜਾ ਹੁੰਦਾ ਆ ਉਹਨੂੰ ਇੱਕ ਵਾਰ ਹੀ ਐਗਜ਼ੀਕਿਊਟ ਕੀਤਾ ਜਾ ਸਕਦਾ ਆ ਅਗਰ ਤੇ ਉਹ ਐਰਰ ਫ੍ਰੀ ਹੈ। ਦੈਨ ਕੀ ਹੁੰਦਾ ਇਹਦੀ ਕੰਪਾਈਲਰ ਦੀ ਇੱਕ ਐਡਵਾਂਟੇਜ ਇਹ ਹੈ ਕਿ ਇਹਦੀ ਐਗਜ਼ੀਕਿਊਸ਼ਨ ਬਹੁਤ ਫਾਸਟ ਹੁੰਦੀ ਆ, ਕਿਉਂਕਿ ਇਹਦੇ ਵਿੱਚ ਮਸ਼ੀਨ ਕੋਡ ਨੂੰ ਅਸੀਂ ਸੇਵ ਕਰਕੇ ਲੈਂਦੇ ਹਾਂ ਅਤੇ ਜਦੋਂ ਵੀ ਅਸੀਂ ਪ੍ਰੋਗਰਾਮ ਰਨ ਕਰਨਾ ਹੁੰਦਾ ਆ ਉਸ ਟਾਈਮ 'ਤੇ ਸਾਨੂੰ ਹਰ ਵਾਰ ਉਸ ਕੋਡ ਨੂੰ ਜਨਰੇਟ ਕਰਨ ਦੀ ਰਿਕੁਆਇਰਮੈਂਟ ਨਹੀਂ ਹੁੰਦੀ। ਕੰਪਾਈਲਰ ਇਹਦੀਆਂ ਕੰਪਾਈਲ ਲੈਂਗੁਏਜ ਇੰਕਲੂਡ ਕਰਦੀਆਂ ਨੇ C++, ਫੋਰਟਰਾਨ, ਕੋਬੋਲ ਐਟਸੈਕਟਰਾ। ਇਹ ਕੁਝ ਲੈਂਗੁਏਜਸ ਨੇ ਜਿਨ੍ਹਾਂ ਦੇ ਵਿੱਚ ਕੰਪਾਈਲਰ ਯੂਜ਼ ਕੀਤਾ ਜਾਂਦਾ ਆ ਹਾਈ ਲੈਵਲ ਪ੍ਰੋਗਰਾਮ ਨੂੰ ਮਸ਼ੀਨ ਲੈਂਗੁਏਜ ਦੇ ਵਿੱਚ ਕਨਵਰਟ ਕਰਨ ਦੇ ਲਈ। ਫਸਟ ਆਫ ਆਲ ਲਾਈਕ ਕਿ ਸਾਡੇ ਕੋਲ ਇੱਕ ਹਾਈ ਲੈਵਲ ਲੈਂਗੁਏਜ ਪ੍ਰੋਗਰਾਮ ਹੁੰਦਾ ਹੈ, ਉਹ ਐਜ਼ ਅ ਇਨਪੁਟ ਅਸੀਂ ਦਿੰਦੇ ਪਏ ਹਾਂ ਕੰਪਾਈਲਰ ਨੂੰ। ਕੰਪਾਈਲਰ ਮੀਨਸ ਕੋਈ ਟਰਾਂਸਲੇਟਰ ਦੇ ਥਰੂ ਜਦੋਂ ਸਾਡਾ ਪ੍ਰੋਗਰਾਮ ਟਰਾਂਸਲੇਟ ਕਰ ਦਿੱਤਾ ਉਹਨੇ ਆਊਟਪੁੱਟ ਕੀ ਆਉਣੀ ਹੈ ਮਸ਼ੀਨ ਲੈਂਗੁਏਜ ਪ੍ਰੋਗਰਾਮ, ਜਿਹੜਾ ਕਿ ਕੰਪਿਊਟਰ ਦੁਆਰਾ ਅੰਡਰਸਟੈਂਡੇਬਲ ਹੋਏਗਾ। 4GL ਨੈਕਸਟ ਸਾਡਾ ਟੌਪਿਕ ਹੈ 4th ਜਨਰੇਸ਼ਨ ਲੈਂਗੁਏਜ, ਜਿਹਨੂੰ ਕੀ ਕਿਹਾ ਜਾਂਦਾ ਹੈ 4GL। 4GL ਜਿਹੜੀ ਡਿਜ਼ਾਈਨ ਕੀਤੀ ਗਈ ਸੀਗੀ ਇਹ ਮਤਲਬ 3GL ਲੈਂਗੁਏਜਸ ਦੀਆਂ ਕੁਝ ਲਿਮਿਟੇਸ਼ਨਸ ਨੂੰ ਓਵਰਕਮ ਕਰਨ ਦੇ ਲਈ। ਇਹ ਵਾਲੀ ਲੈਂਗੁਏਜ ਜਿਹੜੀ ਆ ਹਿਊਮਨਸ ਦੀਆਂ ਨੈਚੁਰਲ ਲੈਂਗੁਏਜ ਦੇ ਬਹੁਤ ਕਲੋਜ਼ ਆ। ਇਟ ਮੀਨਸ ਕਿ 3GL ਲੈਂਗੁਏਜ ਦੇ ਨਾਲੋਂ ਵੀ ਜਿਹੜੀ ਕਿ ਜ਼ਿਆਦਾ ਈਜ਼ੀ ਆ, ਸਿੰਪਲ ਟੂ ਲਰਨ ਆ ਯੂਜ਼ਰਸ ਦੇ ਲਈ। ਇਹ ਜਿਹੜੀਆਂ ਇਹਦੇ ਵਿੱਚ ਕੀ ਹੁੰਦਾ ਕਿ 4GL ਲੈਂਗੁਏਜ ਵਿੱਚ ਜਿਹੜੀ ਪ੍ਰੋਗਰਾਮਿੰਗ ਹੁੰਦੀ ਆ ਉਹ ਈਜ਼ੀ ਹੁੰਦੀ ਆ ਕਿ ਯੂਜ਼ਰ ਫਰੈਂਡਲੀ ਹੁੰਦੀ ਆ, ਅਸੀਂ ਉਹਨੂੰ ਈਜ਼ਲੀ ਜਿਹੜਾ ਵਾ ਅੰਡਰਸਟੈਂਡ ਕਰ ਸਕਦੇ ਹਾਂ। ਅਤੇ ਇਹਦੇ ਵਿੱਚ ਹੁੰਦਾ ਹੈ ਕਿ ਸਿਰਫ ਯੂਜ਼ਰ ਨੂੰ ਆਪਣੀ ਜਿਹੜੀ ਇਨਪੁਟ ਦੇਣ ਦੀ ਰਿਕੁਆਇਰਮੈਂਟ ਹੁੰਦੀ ਆ ਐਂਡ ਫੋਰਮੈਟ ਕਿ ਜੇ ਕਿਸ ਫੋਰਮੈਟ ਦੇ ਵਿੱਚ ਉਹਨੂੰ ਚਾਹੀਦੀ ਆ ਆਊਟਪੁੱਟ ਜਿਹੜੀ ਉਹਨੂੰ ਰਿਕੁਆਇਰਡ ਆ। ਇਹਦੇ ਵਿੱਚ ਯੂਜ਼ਰ ਨੂੰ ਇਹ ਬੋਦਰਿੰਗ ਕਰਨ ਦੀ ਕੋਈ ਰਿਕੁਆਇਰਮੈਂਟ ਨਹੀਂ ਹੁੰਦੀ ਕਿ ਉਹਨੂੰ ਸਟੈਪਸ ਕਿਹੜੀ ਜਿਹੜੀ ਆ ਫੋਲੋ ਕਰਨੇ ਆ, ਦੈਨ ਫਿਰ ਜਿਹੜਾ ਵਾ ਉਹਦੀ ਆਊਟਪੁੱਟ ਚਾਹੀਦੀ ਹੈ। ਇਹਦੇ ਵਿੱਚ ਸਿੰਪਲੀ ਕਿੱਦਾਂ ਕਰਾਂਗੇ ਅਸੀਂ ਜਿਹੜਾ ਯੂਜ਼ਰ ਆ ਇਨਪੁੱਟ ਪ੍ਰੋਵਾਈਡ ਕਰਾਂਗੇ ਐਂਡ ਫੋਰਮੈਟ ਦੱਸਾਂਗੇ ਕਿਹੜੇ ਫੋਰਮੈਟ ਦੇ ਵਿੱਚ ਸਾਨੂੰ ਆਊਟਪੁੱਟ ਉਹਦੀ ਰਿਕੁਆਇਰਡ ਆ। ਇਹਦੇ ਵਿੱਚ ਜਿਹੜਾ ਵਾ ਯੂਜ਼ਰ ਹੁੰਦੇ ਆ ਉਹ ਈਜ਼ਲੀ ਜਿਹੜੀ ਉਹਨਾਂ ਨੂੰ ਇਨਫੋਰਮੇਸ਼ਨ ਚਾਹੀਦੀ ਆ ਉਹਨੂੰ ਈਜ਼ਲੀ ਰਿਕੁਆਇਰ ਕਰ ਲੈਂਦੇ ਆ ਅਤੇ ਬਹੁਤ ਜਲਦੀ ਹੀ ਇਨਫੋਰਮੇਸ਼ਨ ਜਿਹੜੀ ਉਹਨਾਂ ਨੂੰ ਮਿਲ ਜਾਂਦੀ ਹੈ। 4GL ਲੈਂਗੁਏਜ ਨੂੰ ਡਿਜ਼ਾਈਨ ਕੀਤਾ ਗਿਆ ਸੀਗਾ ਜਿਹੜਾ ਓਵਰਆਲ ਸਾਡਾ ਟਾਈਮ ਹੁੰਦਾ ਆ ਉਹਨੂੰ ਘੱਟ ਕਰਨ ਦੇ ਲਈ ਐਂਡ ਜਿਹੜੀ ਐਫਰਟ ਹੁੰਦੀ ਆ ਪ੍ਰੋਗਰਾਮ ਨੂੰ ਡਿਵੈਲਪ ਕਰਨ ਦੇ ਵਿੱਚ ਜਿਹੜੀ ਐਫਰਟ ਅਸੀਂ ਯੂਜ਼ ਕਰਦੇ ਪਏ ਉਹਨਾਂ ਨੂੰ ਐਫਰਟਸ ਨੂੰ ਲੈਸ ਕਰਨ ਦੇ ਲਈ ਉਹ ਇਸ ਕਰਕੇ ਜਿਹੜੀਆਂ 4GL ਲੈਂਗੁਏਜ ਜਿਹੜੀਆਂ ਡਿਜ਼ਾਈਨ ਕੀਤੀਆਂ ਗਈਆਂ ਸੀਗੀਆਂ। ਇਹਦੀਆਂ ਕੁਝ ਐਗਜ਼ਾਮਪਲਸ ਨੇ ਲਾਈਕ SQL, Ruby, Mantis। ਇਹ ਜਿਹੜੀਆਂ ਇਹਦੀਆਂ 4GL ਦੀਆਂ ਕੁਝ ਐਗਜ਼ਾਮਪਲਸ ਨੇ। ਨੈਕਸਟ ਸਾਡੀ ਟਾਈਪ ਹੈਗੀ ਆ 5th ਜਨਰੇਸ਼ਨ ਲੈਂਗੁਏਜ। ਹੁਣ ਅਸੀਂ ਗੱਲ ਕਰਦੇ ਹਾਂ 5th ਜਨਰੇਸ਼ਨ ਲੈਂਗੁਏਜਸ ਦੀ। ਜਿਹੜੀਆਂ 5th ਜਨਰੇਸ਼ਨ ਲੈਂਗੁਏਜਸ ਨੇ ਉਹ ਡਿਜ਼ਾਈਨ ਕੀਤੀਆਂ ਗਈਆਂ ਸੀਗੀਆਂ ਕੰਪਿਊਟਰ ਨੂੰ ਇੱਕ ਗਿਵਨ ਪ੍ਰੋਬਲਮ ਨੂੰ ਸੋਲਵ ਕਰਨ ਦੇ ਲਈ ਵਿਦਆਊਟ ਦਾ ਪ੍ਰੋਗਰਾਮਰ। ਇਟ ਮੀਨਸ ਕਿ ਇਹਦੇ ਵਿੱਚ ਜਿਹੜਾ ਕੰਪਿਊਟਰ ਆ ਇੱਕ ਗਿਵਨ ਪ੍ਰੋਬਲਮ ਨੂੰ ਸੋਲਵ ਕਰੇਗਾ ਬਟ ਇਹਦੇ ਵਿੱਚ ਪ੍ਰੋਗਰਾਮਰ ਜਿਹੜਾ ਵਾ ਉਹ ਇਨਕਲੂਡ ਨਹੀਂ ਹੋਏਗਾ। ਪ੍ਰੋਗਰਾਮਰ ਜਸਟ ਆਪਣੀ ਪ੍ਰੋਬਲਮ ਦੱਸੇਗਾ ਦੈਨ ਜਿਹੜਾ ਕੰਪਿਊਟਰ ਆ ਉਹਨਾਂ ਇੰਸਟਰਕਸ਼ਨਸ ਜਾਂ ਕਮਾਂਡਸ ਨੂੰ ਫੋਲੋ ਕਰਕੇ ਉਸ ਗਿਵਨ ਪ੍ਰੋਬਲਮ ਨੂੰ ਸੋਲਵ ਕਰੇਗਾ। ਇਹਦੇ ਵਿੱਚ ਜਿਹੜਾ ਯੂਜ਼ਰ ਆ ਉਹ ਜਿਹੜਾ ਪ੍ਰੋਬਲਮ ਜਿਹੜਾ ਦਿੰਦਾ ਹੈ ਜਿਹੜੀ ਉਹਨੇ ਸੋਲਵ ਕਰਵਾਉਣੀ ਹੈ ਐਂਡ ਉਹ ਵਾਲੀਆਂ ਕੰਡੀਸ਼ਨਸ ਜਿਨ੍ਹਾਂ ਦੇ ਅਕੋਰਡਿੰਗ ਜਿਹੜੀ ਪ੍ਰੋਬਲਮ ਆ ਉਹ ਸੋਲਵ ਹੋਣੀ ਚਾਹੀਦੀ ਆ। ਇਸ ਕਰਕੇ ਜਿਹੜੀ 5GL ਆ ਇਹਨੂੰ ਜਿਹੜਾ ਵਾ ਆਰਟੀਫਿਸ਼ੀਅਲ ਇੰਟੈਲੀਜੈਂਸ ਰਿਸਰਚ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ। ਇਟ ਮੀਨਸ ਕਿ ਇਹਦੇ ਵਿੱਚ ਯੂਜ਼ਰ ਜਾਂ ਪ੍ਰੋਗਰਾਮਰ ਦੀ ਕੋਈ ਵੀ ਇਨਵੋਲਵਮੈਂਟ ਨਹੀਂ ਹੁੰਦੀ। ਇਹ ਜਿਹੜੀਆਂ ਲੈਂਗੁਏਜਸ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਉੱਪਰ ਵਰਕ ਕਰਦੀਆਂ ਨੇ। ਲਾਈਕ ਇਹਦੀ ਐਗਜ਼ਾਮਪਲ ਕੁਝ 5 ਜਨਰੇਸ਼ਨ ਲੈਂਗੁਏਜ ਕਿਹੜੀਆਂ ਨੇ ਪ੍ਰੋਲੌਗ, OPS5 ਐਂਡ ਮਰਕਰੀ। ਇਹ ਕੁਝ ਐਗਜ਼ਾਮਪਲਸ ਨੇ 5th ਜਨਰੇਸ਼ਨ ਲੈਂਗੁਏਜ ਦੀਆਂ।
ਸੋ ਦਿਸ ਇਜ਼ ਆਵਰ ਟੂਡੇਜ਼ ਟੋਪਿਕ, ਜਿਹਦੇ ਵਿੱਚ ਅਸੀਂ ਗੱਲ ਕੀਤੀ ਹਾਈ ਲੈਵਲ ਲੈਂਗੁਏਜਸ ਦੀ, ਕਿ ਹਾਈ ਲੈਵਲ ਲੈਂਗੁਏਜਸ ਕੀ ਹੁੰਦੀਆਂ ਨੇ, ਜਿਨ੍ਹਾਂ ਨੂੰ ਥਰਡ ਜਨਰੇਸ਼ਨ ਲੈਂਗੁਏਜ ਕਿਹਾ ਜਾਂਦਾ ਆ। ਦੈਨ ਇਹਦੇ ਵਿੱਚ ਟਰਾਂਸਲੇਟਰ ਯੂਜ਼ ਕੀਤੇ ਜਾਂਦੇ ਨੇ, ਇੰਟਰਪ੍ਰੇਟਰ ਐਂਡ ਕੰਪਾਈਲਰ, ਮਸ਼ੀਨ ਹਾਈ ਲੈਵਲ ਲੈਂਗੁਏਜ ਨੂੰ ਮਸ਼ੀਨ ਲੈਂਗੁਏਜ ਕਨਵਰਟ ਕਰਨ ਦੇ ਲਈ। ਦੈਨ ਸਾਡੀਆਂ ਨੈਕਸਟ ਲੈਂਗੁਏਜਸ ਕਿਹੜੀਆਂ ਸੀਗੀਆਂ, ਫੋਰਥ ਜਨਰੇਸ਼ਨ ਲੈਂਗੁਏਜ, ਜਿਹੜੀਆਂ ਕੀ ਆ ਥਰਡ ਜਨਰੇਸ਼ਨ ਲੈਂਗੁਏਜ ਦੀਆਂ ਕੁਝ ਪ੍ਰੋਬਲਮਸ ਨੂੰ ਓਵਰਕਮ ਕਰਦੀਆਂ ਨੇ, ਸਿੰਪਲ ਟੂ ਲਰਨ ਹੁੰਦੀਆਂ ਆ। ਦੈਨ ਲਾਸਟ ਵਨ ਸੀਗੀ ਫਿਫਥ ਜਨਰੇਸ਼ਨ ਲੈਂਗੁਏਜਸ, ਜਿਹਦੇ ਵਿੱਚ ਕਿ ਸਾਡੇ ਪ੍ਰੋਗਰਾਮਰ ਦੀ ਕੋਈ ਵੀ ਇਨਵੋਲਵਮੈਂਟ ਨਹੀਂ ਹੁੰਦੀ, ਇਹ ਆਰਟੀਫਿਸ਼ੀਅਲ ਇੰਟੈਲੀਜੈਂਸੀ ਦੇ ਉੱਪਰ ਵਰਕ ਕਰਦੀਆਂ ਨੇ। ਥੈਂਕ ਯੂ।